सत श्री अकाल जी। तुसीं प्राइम मिनिस्टर टैलीविजन देख रहे हो। मैं हाँ स्वर्ण सिंह टैणा ਤੇ हर रोज़ की तरह ही दोस्तों प्रोग्राम खबर की खबर लैके हाजिर हाँ। पहली वड्डी खबर ਦੇ ਵੱਲ ਜਾਣ ਤੋਂ ਪਹਿਲਾਂ ਭਾਰਤ ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਦਾ ਜ਼ਿਕਰ ਤੇ ਫਿਕਰ ਕਰਨਾ ਬਣਦਾ ਹੈ, ਕਿਉਂਕਿ ਭਾਰਤ ਦੇ ਵਿੱਚ 5.5 ਲੱਖ ਤੋਂ ਉੱਤੇ ਕੇਸ ਹੁਣ ਹੋ ਚੁੱਕੇ ਆ। 6 ਲੱਖ ਦੇ ਅੰਕੜੇ ਨੂੰ ਅਸੀਂ ਪਹੁੰਚਣ ਵਾਲੇ ਆ। ਲਗਾਤਾਰ ਭਾਰਤ ਦੇ ਵਿੱਚ 2 ਦਿਨਾਂ ਤੋਂ 20-20 ਹਜ਼ਾਰ ਨਵੇਂ ਕੇਸ 24 ਘੰਟੇ ਦੇ ਵਿੱਚ ਆ ਰਹੇ ਆ। यानी कि 24 घंटे ਦੇ ਵਿੱਚ ਜੇਕਰ 20,000 ਨਵੇਂ ਕੇਸ ਆਉਣਗੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ 24 ਘੰਟੇ ਦੇ ਵਿੱਚ ਨਵੀਂ ਮੌਤਾਂ ਦੀ ਗਿਣਤੀ ਸਾਹਮਣੇ ਆਊਗੀ, ਤਾਂ ਇਸ ਦੇ ਬਾਵਜੂਦ ਅਸੀਂ ਇਹ ਗੱਲ ਕਿਵੇਂ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚੋਂ ਕਰੋਨਾ ਖਤਮ ਹੋ ਰਿਹਾ ਜਾਂ ਕਰੋਨਾ ਖਤਮ ਹੋ ਜਾਣਾ। ਬੇਸ਼ੱਕ ਸਾਡੀਆਂ ਸੂਬਾਈ ਸਰਕਾਰਾਂ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਬਹੁਤ ਕੁਝ ਕਿਹਾ ਜਾ ਰਿਹਾ, ਪਰ ਕੰਧ ਦੇ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਕਿਉਂਕਿ ਇਹ ਮਸਲਾ ਇੰਨੀ ਜਲਦੀ ਹੱਲ ਹੋਣ ਵਾਲਾ ਨਹੀਂ। ਕਰੋਨਾ ਭਾਰਤ ਦੇ ਵਿੱਚੋਂ ਛੇਤੀ ਕਿਤੇ ਖਤਮ ਹੋਣ ਵਾਲੀ ਗੱਲ ਜਾਪਦੀ ਨਹੀਂ। ਬਸ਼ਰਤੇ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਖੁਦ ਰੱਖਣਾ ਪਊਗਾ। ਜੇਕਰ ਅਸੀਂ ਸਰਕਾਰਾਂ ਦੇ ਉੱਤੇ ਟੇਕ ਰੱਖੀ ਤਾਂ ਫਿਰ ਸਾਡਾ ਹੀ ਨੁਕਸਾਨ ਹੋਣਾ, ਕਿਸੇ ਹੋਰ ਦਾ ਨਹੀਂ। ਪਰ ਇਸੇ ਦਰਮਿਆਨ ਜਿਸ ਤਰੀਕੇ ਦੇ ਨਾਲ ਸਰਹੱਦਾਂ ਦੇ ਉੱਤੇ ਤਣਾਅ ਵਧਿਆ ਹੋਇਆ, ਉਹਦੇ ਮੁਤਲਕ ਵੀ ਹਰ ਰੋਜ਼ ਨਵੀਆਂ ਖਬਰਾਂ ਆ ਰਹੀਆਂ। 15 ਜੂਨ ਦੀ ਅੱਧੀ ਰਾਤ ਨੂੰ ਜਿਸ ਤਰੀਕੇ ਨਾਲ ਲੱਦਾਖ ਦੀ ਗਲਵਾਨ ਘਾਟੀ ਦੇ ਵਿੱਚ ਚੀਨ ਤੇ ਭਾਰਤ ਦੇ ਫੌਜੀ ਜਵਾਨ ਆਪਸ ਦੇ ਵਿੱਚ ਭਿੜੇ, ਜਿਸ ਤਰੀਕੇ ਦੇ ਨਾਲ ਭਾਰਤ ਦੇ 20 ਫੌਜੀ ਜਵਾਨ ਸ਼ਹਾਦਤ ਦਾ ਜਾਮ ਪੀ ਗਏ, ਉਹਨਾਂ 20 ਦੇ ਵਿੱਚੋਂ 4 ਜਣੇ ਆ ਜਿਹੜੇ ਯਾਨੀ ਕਿ 4 ਜਵਾਨ ਪੰਜਾਬ ਦੇ ਸੀ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਨੇ ਹਿੱਕ ਡਾਹ ਕੇ ਲੜਾਈ ਲੜੀ, ਪਰ ਉਹਨਾਂ ਨੇ ਪੈਰ ਪਿੱਛੇ ਨਹੀਂ ਖਿੱਚੇ। ਉਸ ਤੋਂ ਬਾਅਦ ਭਾਰਤ ਦੀ ਬੇਸ਼ਰਮ ਰਾਜਨੀਤੀ ਦਾ ਇੱਕ ਨਵਾਂ ਚਿਹਰਾ ਸਾਹਮਣੇ ਆ ਰਿਹਾ। ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਮਾਵਾਂ ਦੇ ਪੁੱਤ ਚਲੇ ਗਏ ਆ, ਪਰ ਰਾਜਨੀਤਿਕ ਲੋਕਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਵੀ ਰੋਟੀਆਂ ਸੇਕੀਆਂ ਜਾ ਰਹੀਆਂ। ਹੁਣ ਇੱਕ ਨੇਤਾ ਦੇ ਵੱਲੋਂ ਦੂਜੇ ਨੇਤਾ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਤਾਂ ਜੀ ਬਾਹਰਲੇ ਦੇਸ਼ ਦਾ ਨਾਗਰਿਕ ਹੋਣਾ ਚਾਹੀਦਾ, ਉਹਦੇ ਕੋਲੇ 2 ਨਾਗਰਿਕਾਂ ਹੈ, ਉਹਦੇ ਕੋਲੇ 2 ਥਾਵਾਂ ਦੀ ਨਾਗਰਿਕਤਾ ਹੈਗੀ ਆ, ਉਹ ਤਾਂ ਵਿਦੇਸ਼ੀ ਮਾਂ ਦੀ ਕੁੱਖ ਦੇ ਵਿੱਚੋਂ ਜੰਮਿਆ ਤੇ ਉਹਨੂੰ ਤਾਂ ਭਾਰਤ ਦੀ ਗੱਲ ਨਹੀਂ ਕਰਨੀ ਚਾਹੀਦੀ। ਇਧਰਲੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਨਰਿੰਦਰ ਮੋਦੀ ਹੋਰਾਂ ਦੇ ਕਹਿਣ ਦੇ ਮੁਤਾਬਕ ਚੀਨ ਦੇ ਜਵਾਨ ਸਾਡੀ ਹੱਦ ਦੇ ਅੰਦਰ ਨਹੀਂ ਵੜੇ ਤਾਂ ਫਿਰ ਸਾਡੇ 20 ਜਵਾਨਾਂ ਨੂੰ ਸ਼ਹੀਦ ਕੌਣ ਕਰ ਗਿਆ। ਇਸੇ ਦਰਮਿਆਨ ਹਰ ਰੋਜ਼ ਕਈ ਕਿਸਮ ਦੀਆਂ ਇਹੋ ਜਿਹੀਆਂ ਤੋਹਮਤਬਾਜ਼ੀਆਂ ਸਾਹਮਣੇ ਆ ਰਹੀਆਂ। ਯਾਨੀ ਕਿ ਰਾਜਨੀਤਿਕ ਲੋਕਾਂ ਦੀ ਉਹ ਗੱਲ ਹੈ ਵੀ ਚਿੜੀਆਂ ਦੀ ਮੌਤ ਤੇ ਗੰਵਾਰਾਂ ਦਾ ਹਾਸਾ। ਇਸ ਵਕਤ ਜੰਗ ਦੇ ਬੱਦਲ ਫਿਰ ਮੰਡਰਾ ਰਹੇ ਆ, ਕਿਉਂਕਿ ਅਸੀਂ ਇਹ ਸੋਚਦੇ ਸੀ, ਪਿਛਲੇ ਦਿਨੀ ਖਬਰ ਵੀ ਸਾਂਝੀ ਕੀਤੀ ਸੀ ਕਿ ਜੋ ਚੀਨ ਦੀ ਗਲਵਾਨ ਘਾਟੀ ਹੈ ਜਿੱਥੇ ਕਿ ਇਹ ਸਥਿਤੀ ਪੈਦਾ ਹੋਈ, ਜਿੱਥੇ ਕਿ ਹਿੰਸਕ ਝੜਪਾਂ ਹੋਈਆਂ, ਉਸ ਥਾਂ ਦੇ ਉੱਤੇ ਲੈਫਟੀਨੈਂਟ ਪੱਧਰ ਦੇ ਅਧਿਕਾਰੀਆਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਹੈ 11 ਘੰਟੇ ਲਗਾਤਾਰ। ਭਾਰਤ ਦੇ ਫੌਜੀ ਵੀ ਸੀ ਤੇ ਚੀਨ ਦੇ ਫੌਜੀ ਵੀ ਸੀ, ਪਰ ਇਸ ਦੇ ਬਾਵਜੂਦ ਚੀਨ ਨੇ ਪੈਰ ਪਛਾਂ ਖਿੱਚਣ ਦੇ ਨਾਂ ਦੇ ਉੱਤੇ ਇੱਕ ਵਾਰ ਨਵਾਂ ਧੋਖਾ ਕੀਤਾ। ਪਤਾ ਇਹ ਲੱਗਾ ਕਿ ਉਹਨਾਂ ਨੇ ਆਪਣੀਆਂ ਪਹਿਲਾਂ ਵਾਲੀਆਂ ਥਾਵਾਂ ਦੇ ਉੱਤੇ ਤੰਬੂ ਲਾਉਣੇ ਜਾਰੀ ਰੱਖੇ ਆ। ਇਸੇ ਦਰਮਿਆਨ ਇੱਕ ਹੋਰ ਖਬਰ ਪ੍ਰਾਪਤ ਹੋਈ ਹੈ ਕਿ ਨੇਪਾਲ ਨੇ ਵੀ ਚੀਨ ਦੀ ਸ਼ਹਿ ਦੇ ਉੱਤੇ ਭਾਰਤ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਜਦੋਂ ਨੇਪਾਲ ਨੇ ਆਪਣੀ ਸਰਹੱਦ ਤੋਂ 10 ਗਜ਼ ਪਿੱਛੇ ਨਵੇਂ ਤੰਬੂ ਲਾ ਲਏ ਆ ਤੇ ਉਹਨਾਂ ਦੇ ਵੱਲੋਂ ਭਾਰਤ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ। ਪਤਾ ਲੱਗਾ ਵੀ ਤੰਬੂ ਬੇਸ਼ੱਕ ਉਹਨਾਂ ਨੇ ਲਾਏ ਆ, ਨੇਪਾਲ ਵਾਲਿਆਂ ਨੇ, ਪਰ ਉਹ ਜਿਹੜੇ ਤੰਬੂ ਆ ਉਹ ਹੈਗੇ ਆ ਚੀਨ ਵਾਲਿਆਂ ਦੇ। ਤੇ ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਵਿੱਚ ਇਹ ਵੀ ਖਬਰਾਂ ਆ ਰਹੀਆਂ ਕਿ ਜੋ ਸਥਿਤੀਆਂ ਬਣੀਆਂ ਹੋਈਆਂ ਉਹਦੇ ਮੱਦੇਨਜ਼ਰ ਚੀਨ ਦੇ ਵੱਲੋਂ ਆਪਣੇ ਹਵਾਈ ਜਹਾਜ਼ ਆ ਜਿਹੜੇ ਉਹ ਭਾਰਤ ਦੀ ਸਰਹੱਦ ਦੇ ਇਰਦ ਗਿਰਦ ਘੁਮਾਏ ਜਾ ਰਹੇ ਆ ਤੇ ਭਾਰਤ ਦੇ ਵੱਲੋਂ ਵੀ ਆਪਣੀਆਂ ਮਿਜ਼ਾਈਲਾਂ ਤਿਆਰ ਰੱਖੀਆਂ ਗਈਆਂ ਕਿ ਜੇਕਰ ਉਹਨਾਂ ਦੇ ਵੱਲੋਂ ਹੱਦ ਪਾਰ ਕਰਕੇ ਇਧਰਲੇ ਪਾਸੇ ਦਾਖਲਾ ਲਿਆ ਗਿਆ ਤਾਂ ਫਿਰ ਉਹਨਾਂ ਨੂੰ ਸੁੱਟ ਲਿਆ ਜਾਣਾ। ਯਾਨੀ ਕਿ ਜਿਹੜੇ ਲੋਕ ਇਹ ਸਮਝਦੇ ਸੀ ਕਿ ਸਾਰਾ ਮਾਮਲਾ ਠੰਡਾ ਹੋ ਗਿਆ, ਜਿਹੜੇ ਲੋਕ ਇਹ ਸਮਝਦੇ ਸੀ ਕਿ ਹੁਣ ਜੋ ਪੁਰਾਣੀ ਗੱਲ ਉਹ ਖਤਮ ਹੋ ਜਾਣੀ ਆ, ਚੀਨ ਦੇ ਵੱਲੋਂ ਪੈਰ ਪਿੱਛੇ ਨੂੰ ਖਿੱਚ ਲਏ ਗਏ ਆ, ਉਹਦੇ ਵੱਲੋਂ ਫਿਰ ਵਾਅਦਾ ਖਿਲਾਫੀ ਕੀਤੀ ਜਾ ਰਹੀ ਆ, ਉਹਦੇ ਵੱਲੋਂ ਫਿਰ ਸ਼ਰਾਰਤਾਂ ਕੁਝੀਆਂ ਕੀਤੀਆਂ ਜਾ ਰਹੀਆਂ ਤੇ ਹਾਲੇ ਤੱਕ ਸੰਕਟ ਦੇ ਬੱਦਲ ਮੰਡਰਾਉਣੋਂ ਹਟੇ ਨਹੀਂ। ਇਸੇ ਦਰਮਿਆਨ ਅੱਜ ਭਾਰਤ ਦੇ ਕੇਂਦਰੀ ਮੰਤਰੀ ਤੇ ਜਿਹੜੇ ਸਾਬਕਾ ਫੌਜ ਮੁਖੀ ਨੇ ਜਨਰਲ VK ਸਿੰਘ, ਉਹਨਾਂ ਦੇ ਵੱਲੋਂ ਇੱਕ ਅਵੱਲਾ ਖੁਲਾਸਾ ਕੀਤਾ ਗਿਆ। ਉਹਨਾਂ ਦੇ ਖੁਲਾਸੇ ਦੇ ਉੱਤੇ ਹੈਰਾਨੀ ਵੀ ਹੁੰਦੀ ਹੈ ਤੇ ਹੁਣ ਤੱਕ ਜਿਹੜੇ ਵੀ ਇਸ ਮਾਮਲੇ ਦੇ ਵਿੱਚ ਖੁਲਾਸੇ ਹੋਏ ਆ ਉਹਦੇ ਨਾਲੋਂ ਵੱਖਰਤਾ ਹੋਣ ਕਰਕੇ ਇਹਦੇ ਉੱਤੇ ਸਵਾਲ ਵੀ ਖੜੇ ਹੋ ਰਹੇ ਆ। ਹੁਣ ਤੱਕ ਇਹ ਖਬਰਾਂ ਸੀ ਕਿ ਜਿਹੜੇ ਜਨਰਲ ਸੰਤੋਸ਼ ਬਾਬੂ ਨੇ, ਜਿਹੜੇ ਕਿ ਕਰਨਲ ਸੀ ਜਿਨ੍ਹਾਂ ਦਾ ਧੋਖੇ ਦੇ ਨਾਲ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਗਲਵਾਨ ਘਾਟੀ ਦੇ ਵਿੱਚ, ਮੰਨਿਆ ਇਹ ਜਾ ਰਿਹਾ ਸੀ ਕਿ ਉਹ ਚੀਨ ਦੇ ਧੋਖੇ ਦੇ ਕਰਕੇ ਹੋਇਆ। ਪਰ ਹੁਣ ਜੋ ਜਨਰਲ VK ਸਿੰਘ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚੀਨ ਦੇ ਤੰਬੂ ਨੂੰ ਅੱਗ ਲੱਗ ਗਈ ਸੀ। ਉਹਨਾਂ ਨੇ ਇਹ ਸਮਝਿਆ ਕਿ ਭਾਰਤੀ ਫੌਜਾਂ ਨੇ ਅੱਗ ਲਾਈ ਹੈ ਜਿਹਦੇ ਕਰਕੇ ਇਹ ਹਿੰਸਕ ਝੜਪਾਂ ਹੋਈਆਂ। ਉਹਨਾਂ ਦੇ ਵੱਲੋਂ ਇਹ ਗੱਲ ਕਹਿਣ ਦੇ ਉੱਤੇ ਨਵੇਂ ਸਵਾਲ ਖੜੇ ਹੋਏ ਆ। ਇਸੇ ਦਰਮਿਆਨ ਭਾਰਤੀ ਮੀਡੀਆ ਦੇ ਉੱਤੇ ਵੀ ਸਵਾਲ ਖੜਾ ਕਰਨਾ ਬਣਦਾ। ਬੇਸ਼ਰਮੀ ਦੀ ਹੱਦ ਭਾਰਤ ਦੇ 80% ਤੋਂ ਵੱਧ ਮੀਡੀਆ ਦੀ ਇਹੋ ਜਿਹੀ ਹੈ ਕਿ ਤੜਕੇ ਤੋਂ ਲੈ ਕੇ ਤੇ ਅੱਧੀ ਰਾਤ ਤੱਕ ਲਗਾਤਾਰ ਇੱਕੋ ਜਿਹੀਆਂ ਖਬਰਾਂ ਆਉਂਦੀਆਂ ਕਿ ਮੋਦੀ ਹੈ ਤਾਂ ਮੁਮਕਿਨ ਹੈ, मोदी ने कमाल कर दिखाना है, मोदी है तो सरहदें भी सेफ हैं, फलां है ढींग है, इहो जिहियां गल्लां चल रही। पहलां उस खबर का वेरवा साझा करते हैं जिहड़ी कि जनरल VK सिंह के हवाले नाल प्राप्त हुई है ते बाद विच करांगे टिप्पणी। भारत ते चीन दरमियान हुई हिंसक झड़प बारे आए दिन कोई ना कोई नवीं जानकारी सामने आउंदी है। हुण केंद्रीय मंत्री ते साबका फौज मुखी VK सिंह ने इस झड़प के बारे वड्डा खुलासा किया।
ਉਹਨਾਂ ਨੇ ਕਿਹਾ ਕਿ ਗਲਵਾਨ ਘਾਟੀ ਦੇ ਵਿੱਚ ਭਾਰਤ ਚੀਨ ਫੌਜ ਦਰਮਿਆਨ ਰਹੱਸਮਈ ਅੱਗ ਕਰਕੇ ਹਿੰਸਕ ਝੜਪ ਹੋਈ ਸੀ। ਇਹ ਅੱਗ ਚੀਨੀ ਫੌਜੀਆਂ ਦੇ ਟੈਂਟਾਂ ਦੇ ਵਿੱਚ ਲੱਗੀ ਸੀ। ਜਨਰਲ ਵੀਕੇ ਸਿੰਘ ਨੇ ਕਿਹਾ ਕਿ ਭਾਰਤ ਤੇ ਚੀਨ ਦਰਮਿਆਨ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਦੇ ਵਿੱਚ ਫੈਸਲਾ ਹੋਇਆ ਸੀ ਕਿ ਸਰਹੱਦ ਦੇ ਕੋਲ ਕੋਈ ਵੀ ਜਵਾਨ ਮੌਜੂਦ ਨਹੀਂ ਹੋਵੇਗਾ, ਪਰ ਜਦ 15 ਜੂਨ ਦੀ ਸ਼ਾਮ ਕਮਾਂਡਿੰਗ ਅਫਸਰ ਸਰਹੱਦ ਦੇ ਉੱਤੇ ਚੈੱਕ ਕਰਨ ਦੇ ਲਈ ਗਏ ਤਾਂ ਚੀਨ ਦੇ ਸਾਰੇ ਲੋਕ ਵਾਪਸ ਨਹੀਂ ਸਨ ਗਏ। ਉੱਥੇ ਚੀਨੀ ਫੌਜ ਦਾ ਤੰਬੂ ਮੌਜੂਦ ਸੀ। ਕਮਾਂਡਿੰਗ ਅਫਸਰ ਨੇ ਤੰਬੂ ਹਟਾਉਣ ਦੇ ਲਈ ਕਿਹਾ। ਜਦੋਂ ਚੀਨੀ ਫੌਜੀ ਤੰਬੂ ਹਟਾ ਰਹੇ ਸਨ ਤਾਂ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਮਗਰੋਂ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਝੜਪਾਂ ਹੋ ਗਈਆਂ। ਭਾਰਤੀ ਫੌਜ ਚੀਨੀ ਫੌਜੀਆਂ ਦੇ ਉੱਤੇ ਹਾਵੀ ਹੋ ਗਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਹੋਰ ਲੋਕ ਬੁਲਾਏ। ਹਿੰਸਕ ਝੜਪ ਕਰਕੇ ਚੀਨ ਦੇ 40 ਤੋਂ ਵੱਧ ਫੌਜੀ ਮਾਰੇ ਜਾਣ ਦੀ ਗੱਲ ਸੱਚ ਹੈ। ਜਨਰਲ ਵੀਕੇ ਸਿੰਘ ਦਾ ਇਹ ਬਿਆਨ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਰਨਲ ਸੰਤੋਸ਼ ਦੀ ਧੋਖੇ ਨਾਲ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਭਾਰਤੀ ਫੌਜੀਆਂ ਨੇ ਚੀਨੀਆਂ ਦੇ ਟੈਂਟਾਂ ਦੇ ਵਿੱਚ ਅੱਗ ਲਾ ਦਿੱਤੀ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਨਰਲ ਵੀਕੇ ਸਿੰਘ ਦੇ ਵੱਲੋਂ ਕਹੀ ਗਈ ਗੱਲ ਸਹੀ ਹੋਵੇ ਜਾਂ ਗਲਤ, ਇਸ ਪ੍ਰਸੰਗ ਦੇ ਵਿੱਚ ਜਾਣ ਦਾ ਕੋਈ ਲਾਭ ਨਹੀਂ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਅਸੀਂ ਆਪਣੇ ਪੰਜਾਬ ਦੇ 4 ਫੌਜੀ ਜਵਾਨ ਗਵਾ ਦਿੱਤੇ ਆ ਤੇ ਸਮੁੱਚੇ ਭਾਰਤ ਦੇ 20 ਫੌਜੀ ਜਵਾਨ ਆ ਜਿਹੜੇ ਉਹ 15 ਜੂਨ ਦੀ ਰਾਤ ਦੇ ਕਰਕੇ ਸਾਡੇ ਕੋਲੋਂ ਚਲੇ ਗਏ ਆ, ਜਿਨ੍ਹਾਂ ਨੇ ਕਦੇ ਵਾਪਸ ਪਰਤਣਾ ਨਹੀਂ। ਪਰ ਸਾਨੂੰ ਆਪਣੇ ਫੌਜੀ ਜਵਾਨਾਂ ਦੇ ਉੱਤੇ ਮਾਣ ਸੀ, ਹੈ ਤੇ ਰਹੇਗਾ। ਪਰ ਜਿਹੜੇ ਵੀ ਭਾਰਤ ਦੇ ਮੀਡੀਆ ਦੇ ਨਾਲ ਸੰਬੰਧਿਤ ਲੋਕ ਇਹ ਗੱਲ ਕਹਿ ਰਹੇ ਆ, ਖਾਸ ਕਰਕੇ ਨੈਸ਼ਨਲ ਟੀਵੀ ਚੈਨਲ ਜਿਹੜੇ ਕਿ ਗੋਦੀ ਦੇ ਵਿੱਚ ਬੈਠ ਕੇ ਇਸ ਵਕਤ ਸਰਕਾਰ ਦੇ ਖਬਰਾਂ ਪੜ੍ਹਦੇ ਆ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਅਸੀਂ ਮਸਾਲਾ ਲਾ ਕੇ ਇਹੋ ਜਿਹੀਆਂ ਖਬਰਾਂ ਪੇਸ਼ ਨਾ ਕਰਗੇ। ਉਹ ਇਹ ਗੱਲ ਕਹਿੰਦੇ ਆ ਕਿ ਮੋਦੀ ਹੈ ਤਾਂ ਮੁਮਕਿਨ ਹੈ। ਉਹ ਇਹ ਗੱਲ ਕਹਿੰਦੇ ਆ ਜੀ ਕਿ ਅਬ ਤੋਂ नेपाल को भी हम चने चबा देंगे। ਉਹ ਹੁਣ ਇਹ ਵੀ ਗੱਲ ਕਹਿੰਦੇ ਆ ਕਿ ਚੀਨ ਆ ਜਿਹੜਾ ਉਸਕੋ ਭਾਗਤੇ ਹੋਏ ਜਗ੍ਹਾ ਨਹੀਂ ਮਿਲੇਗੀ। ਪਰ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਸਾਡੇ ਫੌਜੀਆਂ ਦੀ ਗੱਲ ਹੋਣੀ ਚਾਹੀਦੀ ਹੈ। ਮੋਦੀ ਹੈ ਤਾਂ ਮੁਮਕਿਨ ਹੈ ਨਹੀਂ, ਸਗੋਂ ਜੇਕਰ ਸਾਡੇ ਫੌਜੀ ਜਵਾਨ ਜਾਂਬਾਜ਼ ਜਵਾਨ ਹੈਗੇ ਆ ਤਾਂ ਇਹ ਸਭ ਕੁਝ ਮੁਮਕਿਨ ਹੈਗਾ। ਯਾਨੀ ਕਿ ਆਪਾਂ ਇਸ ਵਕਤ ਚਾਕਰੀ ਕਰਨੀ ਬੰਦ ਕਰਗੇ ਕਿਉਂਕਿ ਇਹ ਦੇਸ਼ ਦੇ ਹਿੱਤਾਂ ਦਾ ਮਾਮਲਾ। ਪਰ ਇਸੇ ਦਰਮਿਆਨ ਇੱਕ ਬਹੁਤ ਵੱਡੀ ਜਾਣਕਾਰੀ ਆ ਜਿਹੜੀ ਕਿ ਭਾਰਤ ਦੇ 90% ਨੈਸ਼ਨਲ ਮੀਡੀਆ ਨੇ ਸਾਂਝੀ ਨਹੀਂ ਕੀਤੀ। ਉਹ ਇਹ ਹੈ ਕਿ ਜਦੋਂ 15 ਜੂਨ ਦੀ ਰਾਤ ਨੂੰ ਝੜਪਾਂ ਹੋਈਆਂ, ਉਹਦੇ ਵਿੱਚ ਮਾਨਸੇ ਦਾ ਇੱਕ 23 ਸਾਲ ਦਾ ਨੌਜਵਾਨ ਗੁਰਤੇਜ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਿਆ। ਗੁਰਤੇਜ ਸਿੰਘ ਨੇ ਜੋ ਕੁਰਬਾਨੀ ਕਰ ਦਿਖਾਈ ਉਹਦੇ ਬਾਬਤ ਭਾਰਤੀ ਮੀਡੀਆ ਨੇ ਕਿਹੜੀ ਗੱਲੋਂ ਬਾਤ ਨਹੀਂ ਪਾਈ। ਕਿਤੇ ਇਹਦੇ ਪਿੱਛੇ ਇਹ ਤਾਂ ਨਹੀਂ ਕਾਰਨ ਕਿ ਘੱਟ ਗਿਣਤੀਆਂ ਨੂੰ ਆਪਾਂ ਹਮੇਸ਼ਾ ਖੁੱਡੇ ਲਾ ਕੇ ਰੱਖਣ ਦੀ ਇੱਛਾ ਪਾਲਦੇ ਹਾਂ। ਕਿਤੇ ਇਹਦਾ ਇਹ ਤਾਂ ਨਹੀਂ ਕਾਰਨ ਕਿ ਅਸੀਂ ਪੰਜਾਬ ਦੇ ਸਿੱਖ ਲੋਕਾਂ ਨੂੰ ਹਾਸ਼ੀਏ ਦੇ ਉੱਤੇ ਧੱਕ ਕੇ ਰੱਖਣਾ ਚਾਹੁੰਦੇ ਹਾਂ। ਨਾ ਤਾਂ ਕੇਂਦਰ ਸਰਕਾਰ ਦੇ ਵੱਲੋਂ ਗੱਲ ਕਹੀ ਗਈ ਬਹਾਦਰੀ ਦੀ, ਨਾ ਹੀ ਭਾਰਤ ਦੇ 90% ਨੈਸ਼ਨਲ ਮੀਡੀਆ ਦੇ ਵੱਲੋਂ ਇਸ ਬਹਾਦਰੀ ਦੀ ਚਰਚਾ ਕੀਤੀ ਗਈ ਹੈ। ਜਦ ਕਿ ਗੁਰਤੇਜ ਸਿੰਘ ਉਹ ਇਕਲੌਤਾ ਨੌਜਵਾਨ ਹੋ ਨਿਬੜਿਆ ਜਿਹਦੇ ਸਾਥੀਆਂ ਨੇ ਇਹ ਗੱਲ ਕਹੀ ਹੈ। ਬਾਕੀ ਫੌਜੀ ਜਵਾਨਾਂ ਨੇ ਵੀ ਬੜਦਾ ਸਰਦਾ ਯੋਗਦਾਨ ਪਾਇਆ। ਸਾਰਿਆਂ ਨੇ ਚੀਨੀ ਫੌਜ ਦੇ ਨਾਲ ਮੱਥਾ ਡਾਇਆ, ਜਿਨ੍ਹਾਂ ਦੇ ਵੱਲੋਂ ਖੂਬ ਮੁਕਾਬਲਾ ਕੀਤਾ ਗਿਆ। ਚੀਨੀ ਫੌਜ ਦੇ 40 ਜਵਾਨ ਆ ਜਿਹੜੇ ਉਹ ਮਾਰ ਦਿੱਤੇ ਗਏ। ਬੇਸ਼ੱਕ ਚੀਨ ਇਸ ਗੱਲ ਨੂੰ ਨਾ ਮੰਨੇ ਪਰ ਉਹਨਾਂ ਦੇ 40 ਫੌਜੀ ਮਾਰੇ ਗਏ ਆ। ਪਰ ਜਿਹੜਾ ਇਹ ਗੁਰਤੇਜ ਸਿੰਘ ਸੀ ਇਹਦੇ ਵੱਲੋਂ 12 ਚੀਨ ਦੇ ਫੌਜੀਆਂ ਦੇ ਉੱਤੇ ਜਿਸ ਤਰੀਕੇ ਨਾਲ ਹਮਲਾ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੀ ਕਿਰਪਾਨ ਦੇ ਨਾਲ ਮਾਰਿਆ ਗਿਆ, ਇਹਦੇ ਬਾਬਤ ਖਬਰਾਂ ਕਿਉਂ ਨਹੀਂ ਆਈਆਂ? ਜਾਣਕਾਰੀ ਦੇ ਮੁਤਾਬਕ 4 ਚੀਨੀ ਫੌਜੀਆਂ ਨੇ ਗੁਰਤੇਜ ਸਿੰਘ ਨੂੰ ਆ ਕੇ ਫੜ ਲਿਆ। ਉਹਨੇ ਬਹੁਤ ਡਟ ਕੇ ਮੁਕਾਬਲਾ ਕੀਤਾ ਤੇ 4 ਚੀਨੀ ਫੌਜੀ ਜਵਾਨ ਆ ਜਿਹੜੇ ਉਹ ਮਾਰ ਦਿੱਤੇ। ਉਸ ਤੋਂ ਬਾਅਦ ਗੁਰਤੇਜ ਸਿੰਘ ਦਾ ਪੈਰ ਤਿਲਕਦਾ ਤੇ ਉਹ ਇੱਕ ਪੱਥਰ ਦੇ ਉੱਤੇ ਡਿੱਗ ਪੈਂਦਾ। ਪਰ ਜਦੋਂ ਇਹ ਸਮਝਣ ਲੱਗ ਜਾਂਦੇ ਚੀਨ ਦੇ ਫੌਜੀ ਜਵਾਨ ਕਿ ਜੀ ਹੁਣ ਤਾਂ ਗੁਰਤੇਜ ਸਿੰਘ ਵੀ ਸ਼ਹੀਦ ਹੋ ਗਿਆ, ਇਹਦਾ ਵੀ ਅਸੀਂ ਕੰਮ ਕਰ ਦਿੱਤਾ, ਉਸ ਤੋਂ ਬਾਅਦ ਉਹ ਇੱਕ ਵਾਰੀ ਫਿਰ ਉੱਠਦਾ, ਫਿਰ ਉਹ 7 ਜਣਿਆਂ ਦੇ ਉੱਤੇ ਦੁਬਾਰਾ ਭਾਰੂ ਪੈਂਦਾ। ਯਾਨੀ ਕਿ 7 ਜਣੇ ਉਹ ਆਪਣੀ ਕਿਰਪਾਨ ਦੇ ਨਾਲ ਫਿਰ ਮਾਰ ਦਿੰਦਾ, ਯਾਨੀ ਕਿ 11 ਜਣੇ ਹੋ ਗਏ। ਉਸ ਤੋਂ ਬਾਅਦ ਇੱਕ ਵਾਰੀ ਫਿਰ ਉਹਦੇ ਉੱਤੇ ਹਮਲਾ ਹੁੰਦਾ, ਪਰ ਉਹ ਸ਼ਹੀਦ ਹੁੰਦਿਆਂ ਹੁੰਦਿਆਂ ਇੱਕ ਹੋਰ ਚੀਨੀ ਫੌਜੀ ਜਵਾਨ ਦੇ ਉੱਤੇ ਭਾਰੂ ਪੈਂਦਾ। ਯਾਨੀ ਕਿ ਕੱਲਾ ਨੌਜਵਾਨ 23 ਸਾਲ ਦਾ ਮਾਨਸੇ ਦਾ ਰਹਿਣ ਵਾਲਾ ਗੁਰਤੇਜ ਸਿੰਘ 12 ਚੀਨੀ ਫੌਜੀਆਂ ਦੇ ਉੱਤੇ ਭਾਰੂ ਪੈਂਦਾ। ਤੇ ਇਸ ਗੱਲ ਨੂੰ ਸਮਝਾਉਣ ਦੀ ਥਾਂ ਦੇ, ਇਸ ਗੱਲ ਨੂੰ ਚਮਕਾਉਣ ਦੀ ਥਾਂ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ, ਫਲਾਣਾ ਹੈ ਤਾਂ ਐਸਾ ਹੈ, ਢਿੰਗੜਾ ਹੈ ਤਾਂ ਐਸਾ ਹੈ। ਜਦ ਕਿ ਹਕੀਕਤਾਂ ਦੇ ਉੱਤੇ ਪਰਦਾ ਨਹੀਂ ਪੈਣਾ ਚਾਹੀਦਾ। ਸਾਨੂੰ ਗੁਰਤੇਜ ਸਿੰਘ ਦੇ ਉੱਤੇ ਵੀ ਮਾਣ ਆ, ਸਾਨੂੰ ਉਹਨਾਂ ਬਾਕੀ ਪੰਜਾਬ ਦੇ ਫੌਜੀ ਸੂਰਬੀਰਾਂ ਦੇ ਉੱਤੇ ਜਿਹੜੇ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਫੌਜੀ ਜਵਾਨ ਆ ਉਹਨਾਂ ਦੇ ਉੱਤੇ ਵੀ ਮਾਣ ਕਰਨਾ ਚਾਹੀਦਾ। ਪਰ ਚਾਕਰੀ ਕਰਨ ਦੀ ਗੋਦੀ ਦੇ ਵਿੱਚ ਬੈਠ ਕੇ ਗੱਲ ਕਰਨ ਦੀ, ਚਮਚੀ ਮਾਰਨ ਦੀ ਵੀ ਕੋਈ ਹੱਦ ਹੁੰਦੀ ਹੈ। ਦੇਸ਼ ਇਸ ਵਕਤ ਸੜ ਰਿਹਾ, ਦੇਸ਼ ਇਸ ਵਕਤ ਘੋਰ ਸੰਕਟ ਦੇ ਵਿੱਚ ਹੈ, ਸਰਹੱਦਾਂ ਦੇ ਉੱਤੇ ਤਣਾਅ, ਤੇ ਸਾਨੂੰ ਸਿਰਫ ਤੇ ਸਿਰਫ ਆਪਣੀ ਇਸ਼ਤਿਹਾਰਬਾਜ਼ੀ ਚਾਹੀਦੀ ਹੈ। ਚਾਹੀਦਾ ਇਹ ਹੈ ਕਿ ਇਸ ਵਕਤ ਬਲਦੀ ਦੇ ਉੱਤੇ ਤੇਲ ਨਾ ਪਾਇਆ ਜਾਵੇ, ਜਿਵੇਂ ਕਿ ਭਾਰਤ ਦੇ ਵੱਡੀ ਗਿਣਤੀ ਦੇ ਵਿੱਚ ਟੀਵੀ ਚੈਨਲਾਂ ਦੇ ਵੱਲੋਂ ਪਾਇਆ ਜਾ ਰਿਹਾ। ਚਾਹੀਦਾ ਇਸ ਵਕਤ ਇਹ ਹੈ ਕਿ ਜੋ ਮਸਲਾ ਉਲਝਿਆ ਹੋਇਆ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਤਪਦੇ ਨੂੰ ਠਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਹੋਰ ਵਰੋਲਾ ਬਣਾਉਣਾ ਚਾਹੀਦਾ, ਅੱਗ ਦੇ ਬਬੂਲੇ ਪੈਦਾ ਕਰਨੇ ਚਾਹੀਦੇ ਆ। ਸੋ ਆਉਂਦੇ ਦਿਨਾਂ ਦੇ ਵਿੱਚ ਸਰਹੱਦਾਂ ਦੀ ਰਾਖੀ ਦੇ ਮਾਮਲੇ ਦੇ ਉੱਤੇ ਕੀ ਖਬਰਾਂ ਆਉਣਗੀਆਂ ਵਕਤ ਦੱਸੂਗਾ। ਪਰ ਫਿਲਹਾਲ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਅੰਦਰੇ ਨੂੰ ਚੀਰ ਜਾਂਦੀਆਂ।
ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਨੂੰ ਅੱਗ ਕਿਸ ਕਦਰ ਲੱਗ ਚੁੱਕੀ ਹੈ, ਇਹਦੇ ਬਾਬਤ ਆਪਾਂ ਸਾਰਾ ਕੁਝ ਜਾਣਦੇ ਹਾਂ। ਜਦੋਂ 2014 ਦੇ ਵਿੱਚ ਸਰਕਾਰ ਮੋਦੀ ਸਾਹਿਬ ਦੀ ਨਹੀਂ ਸੀ ਬਣੀ, ਉਸ ਵਕਤ ਭਾਜਪਾਈਆਂ ਦੇ ਵੱਲੋਂ ਵਾਰ-ਵਾਰ ਇੱਕੋ ਗੱਲ ਕਹੀ ਜਾਂਦੀ ਸੀ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹੈ, ਪਰ ਯੂਪੀਏ ਦੀ ਸਰਕਾਰ ਦੇ ਵੱਲੋਂ ਕੁਝ ਕੀਤਾ ਨਹੀਂ ਜਾ ਰਿਹਾ। ਇਹਨਾਂ ਨੇ ਲੋਕਾਂ ਨੂੰ ਚੱਕੀ ਦੇ ਦੋਹਾਂ ਪੁੜਾਂ ਦੇ ਵਿੱਚ ਪੀਸ ਕੇ ਰੱਖ ਦਿੱਤਾ, ਨਪੀੜ ਕੇ ਰੱਖ ਦਿੱਤਾ। ਪਰ ਹੁਣ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਪਾਣੀ ਦੀ ਬੋਤਲ ਦੇ ਬਰਾਬਰ ਹੋਈਆਂ ਪਈਆਂ, ਤਾਂ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਪਈ ਹੈ। ਹੁਣ ਤਾਂ ਲੋਕਾਂ ਨੇ ਇਸ ਗੱਲ ਦੇ ਉੱਤੇ ਚੁਟਕਲੇ ਬਣਾਉਣੇ ਸ਼ੁਰੂ ਕਰ ਦਿੱਤੇ ਆ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਖਾੜੀ ਦੇਸ਼ਾਂ ਦੇ ਕੋਲੋਂ ਅਰਬ ਕੰਟਰੀਜ਼ ਦੇ ਵਿੱਚੋਂ ਤੇਲ ਨਹੀਂ ਮੰਗਵਾਇਆ ਕਰਨਾ, ਕਿਉਂਕਿ ਭਾਰਤ ਦੀ ਸਰਕਾਰ ਨੇ ਇੰਨਾ ਕੁ ਤੇਲ ਤਾਂ ਭਾਰਤ ਦੇ ਨਾਗਰਿਕਾਂ, ਭਾਰਤ ਦੇ ਵੋਟਰਾਂ ਦਾ ਹੀ ਕੱਢ ਲਿਆ ਕਰਨਾ, ਜਿਹਦੇ ਨਾਲ ਗੱਡੀਆਂ ਚੱਲਦੀਆਂ। ਸੋ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਸਾਨੂੰ ਸਭ ਨੂੰ ਚਾਹੀਦਾ। ਮੈਂ ਇਸ ਗੱਲ ਦੇ ਉੱਤੇ ਬੇਹੱਦ ਹੈਰਾਨ ਆ ਕਿ ਬਾਬਾ ਰਾਮਦੇਵ ਜੀ ਨੂੰ ਲੋਕ ਬਾਬਾ ਕਹਿੰਦੇ ਆ, ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਉਹ ਬਿਜ਼ਨਸਮੈਨ ਆ। ਪਰ ਰਾਮਦੇਵ ਦੇ ਵੱਲੋਂ 2014 ਦੀਆਂ ਵੋਟਾਂ ਤੋਂ ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਕਿ ਜੇਕਰ ਸਰਕਾਰ ਇਹੋ ਜਿਹੀ ਚੁਣਨੀ ਹੈ ਤਾਂ ਮੇਰੀ ਗੱਲ ਮੰਨੋ ਜਿਹੜੀ ਕਿ 35 ਰੁਪਏ ਲੀਟਰ ਤੇਲ ਦੇਵੇ। ਉਦੋਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮਨਮੋਹਨ ਸਿੰਘ ਦੀ ਸਰਕਾਰ ਦੇ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਿੱਚ ਅਮਰਵੇਲ ਵਾਂਗੂ ਵਾਅਦਾ ਕੀਤਾ ਗਿਆ। ਲੋਕ ਇਸ ਵਕਤ ਤੜਫ ਰਹੇ ਆ, ਲੋਕ ਇਸ ਵਕਤ ਚੀਕ ਰਹੇ ਆ। ਸੋ ਇਸ ਕਰਕੇ ਸਰਕਾਰ ਬਦਲੋ, ਇਹੋ ਜਿਹੀ ਸਰਕਾਰ ਲੈ ਕੇ ਆਓ ਜਿਹੜੀ ਕਿ 35 ਰੁਪਏ ਲੀਟਰ ਤੇਲ ਦੇਵੇ। ਪਰ ਅੱਜ ਬਾਬਾ ਰਾਮਦੇਵ ਦੇ ਮੂੰਹ ਦੇ ਵਿੱਚ ਵੀ ਘੁੰਗਣੀਆਂ ਪਈਆਂ। ਬਾਬਾ ਸ਼ਬਦ ਕੌਮਿਆਂ ਦੇ ਵਿੱਚ ਆ, ਪਰ ਇਹੋ ਜਿਹੇ ਬੰਦੇ ਦੇ ਵੱਲੋਂ ਜਦੋਂ ਸੱਚ ਬਿਆਨ ਕਰਨ ਤੋਂ ਪਾਸਾ ਵੱਟਿਆ ਜਾਵੇ ਤਾਂ ਫਿਰ ਉਹਦੇ ਬਾਰੇ ਕੀ ਕਿਹਾ ਜਾਵੇ ਤੇ ਕੀ ਨਾ ਕਿਹਾ ਜਾਵੇ, ਇਹਦੇ ਬਾਬਤ ਸੋਚਣਾ ਵਿਚਾਰਨਾ ਬਣਦਾ ਹੈ। ਪਰ ਅੱਜ ਦਾ ਦਿਨ ਆ ਜਿਹੜਾ ਉਹ ਪੂਰੇ ਭਾਰਤ ਦੇ ਵਿੱਚ ਕਾਂਗਰਸ ਦੇ ਬਾਕੀ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਵੱਲੋਂ ਤੇਲ ਦੀਆਂ ਕੀਮਤਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ। ਵੱਖ-ਵੱਖ ਥਾਵਾਂ ਦੇ ਉੱਤੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਪ੍ਰਦਰਸ਼ਨ ਹੋ ਰਿਹਾ। ਗੱਲ ਕਿਸੇ ਇੱਕ ਕਾਂਗਰਸ ਦੀ, ਆਮ ਆਦਮੀ ਪਾਰਟੀ ਦੀ, ਅਕਾਲੀ ਦਲ ਦੀ, ਸਮਾਜਵਾਦੀ ਪਾਰਟੀ ਦੀ ਜਾਂ ਜਨਤਾ ਦਲ ਯੂਨਾਈਟਿਡ ਦੀ ਨਹੀਂ ਆ। ਗੱਲ ਇਹ ਆ ਕਿ ਭਾਰਤ ਦੇ ਲੋਕ ਪਿਸ ਰਹੇ ਆ। ਇਹ ਨਹੀਂ ਮਤਲਬ ਕਿ ਇਕੱਲੇ ਪੰਜਾਬ ਦੇ ਲੋਕ ਪਿਸ ਰਹੇ ਆ, ਇਹ ਦਿੱਲੀ ਵਾਲੇ ਵੀ ਪਿਸ ਰਹੇ ਆ, ਇਹ ਬਾਕੀ ਸੂਬਿਆਂ ਦੇ ਵੀ ਪਿਸ ਰਹੇ ਆ। ਜੇ ਕੇਂਦਰ ਦੀ ਸਰਕਾਰ ਨੂੰ ਇਹ ਗੱਲ ਕਹਿਣੀ ਆ, ਉਹ ਕਹਿ ਦਿੰਦੇ ਸੂਬੇ ਦੀਆਂ ਸਰਕਾਰਾਂ ਰੇਟ ਘਟਾ ਲੈਣ, ਆਪਣਾ ਵੈਟ ਛੱਡ ਦੇਣ। ਜੇਕਰ ਸੂਬੇ ਦੀ ਸਰਕਾਰ ਨੂੰ ਕਹਿੰਦੇ, ਉਹ ਕਹਿੰਦੀ ਕੇਂਦਰ ਦੀ ਸਰਕਾਰ ਦਾ ਕੰਮ ਹੈ, ਇਹ ਉਹਨੂੰ ਤੇਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ। ਸਰਕਾਰਾਂ ਘੱਟ ਵੱਧ ਸਾਰੀਆਂ ਇੱਕੋ ਜਿਹੀਆਂ। ਲੋਕ ਪਹਿਲਾਂ ਵੀ ਪਿਸਦੇ ਸੀ, ਲੋਕ ਅੱਜ ਵੀ ਪਿਸਦੇ, ਲੋਕ ਭਵਿੱਖ ਦੇ ਵਿੱਚ ਵੀ ਪਿਸਦੇ ਰਹਿਣੇ ਆ। ਹਾਂ, ਇਹ ਗੱਲ ਜ਼ਰੂਰ ਆ ਵੀ ਜਿਹੜੇ ਲੋਕ ਜਿਹੜੀ ਪਾਰਟੀ ਦੇ ਸਮਰਥਕ ਹੁੰਦੇ ਆ, ਉਹਨਾਂ ਨੂੰ ਉਹ ਪਾਰਟੀ ਇਸ ਦੇ ਬਾਵਜੂਦ ਵੀ ਚੰਗੀ ਲੱਗਦੀ ਹੈ, ਭਾਵੇਂ ਤੇਲ ਦੀਆਂ ਕੀਮਤਾਂ 150 ਰੁਪਏ ਲੀਟਰ ਹੋ ਜਾਣ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਖਿਲਾਫ ਕਾਂਗਰਸ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਕਾਂਗਰਸ ਕਮੇਟੀ ਦੇ ਕੁਝ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਇਸ ਦਰਮਿਆਨ ਰਾਹੁਲ ਗਾਂਧੀ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਇਸ ਵਕਤ ਬੇਹੱਦ ਘੱਟ ਨੇ, ਪਰ ਦੇਸ਼ ਦੇ ਵਿੱਚ ਪੈਟਰੋਲ ਤੇ ਡੀਜ਼ਲ ਦਾ ਮੁੱਲ ਸਭ ਤੋਂ ਉੱਪਰ ਹੈ। ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਤੋਂ ਮੁਨਾਫਾਖੋਰੀ ਬੰਦ ਕਰਨੀ ਚਾਹੀਦੀ ਹੈ। ਦੂਜੇ ਪਾਸੇ ਸੋਨੀਆ ਗਾਂਧੀ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਵਾਪਸ ਲੈਣਾ ਚਾਹੀਦਾ ਹੈ। ਅਹਿਮਦਾਬਾਦ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਕਾਰ ਨੂੰ ਬੈਲ ਗੱਡੀ ਦੇ ਵਿੱਚ ਰੱਖ ਕੇ ਪ੍ਰਦਰਸ਼ਨ ਕੀਤਾ। ਪੁਲਿਸ ਨੇ ਕੁਝ ਇੱਥੇ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਕਾਂਗਰਸੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਬੰਗਲੌਰ ਦੇ ਵਿੱਚ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਈਕਲ ਦੇ ਉੱਤੇ ਨਿਕਲੇ। ਅੰਮ੍ਰਿਤਸਰ ਤੋਂ ਖਬਰ ਪ੍ਰਾਪਤ ਹੋਈ ਹੈ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਮੈਂਬਰ ਤੇ ਪਾਰਟੀ ਸਮਰਥਕ ਘੋੜਾ ਰੇੜੀ ਦੇ ਉੱਤੇ ਸਕੂਟਰੀ ਚੜਾ ਕੇ ਨਿਕਲ ਪਏ ਤੇ ਪੋਸਟਰ ਲੈ ਕੇ ਉਹਨਾਂ ਨੇ ਵਿਰੋਧ ਵੀ ਕੀਤਾ ਹੈ। ਜਲੰਧਰ ਦੇ ਵਿੱਚ ਵੀ ਇਸੇ ਤਰੀਕੇ ਨਾਲ, ਪਟਨਾ ਦੇ ਵਿੱਚ ਵੀ ਤੇ ਬਾਕੀ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੀ ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋਈਆਂ ਨੇ ਕਿ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਸੀਂ ਕਾਂਗਰਸੀ ਬਾਅਦ ਦੇ ਵਿੱਚ ਹੋ ਸਕਦੇ ਹਾਂ, ਅਕਾਲੀ ਬਾਅਦ 'ਚ ਹੋ ਸਕਦੇ ਹਾਂ, ਆਮ ਆਦਮੀ ਪਾਰਟੀ ਵਾਲੇ ਬਾਅਦ ਦੇ ਵਿੱਚ ਆ, ਭਾਜਪਾਈ ਬਾਅਦ ਦੇ ਵਿੱਚ ਆ, ਜਾਂ ਜਿਹੜੀ ਵੀ ਪਾਰਟੀ ਦੇ ਨਾਲ ਜੁੜਿਆ ਹੋਇਆ ਉਹ ਬਾਅਦ ਦੇ ਵਿੱਚ ਹੋ ਸਕਦਾ। ਪਹਿਲਾਂ ਇਸ ਦੇਸ਼ ਦਾ ਨਾਗਰਿਕ ਆ, ਪਹਿਲਾਂ ਉਹ ਇਸ ਦੇਸ਼ ਦਾ ਵੋਟਰ ਹੈ, ਇਸ ਦੇਸ਼ ਦੇ ਵਿੱਚ ਜਿਹਨੇ ਜਨਮ ਲਿਆ, ਜਿਹਨੇ ਇੱਥੇ ਹੀ ਮਰ ਮੁੱਕਣਾ, ਤੇ ਉਹਦੇ ਲਈ ਇਹ ਜ਼ਰੂਰੀ ਹੈ ਕਿ ਉਹ ਚੇਤੰਨ ਹੋਣ ਦਾ ਸਬੂਤ ਦੇਵੇ। ਤੇ ਉਹਦੇ ਲਈ ਇਹ ਜ਼ਰੂਰੀ ਹੈ ਕਿ ਕੋਈ ਵੀ ਪਾਰਟੀ ਦੀ ਸਰਕਾਰ ਆ ਉਹ ਉਹਦੀ ਜ਼ਿਆਦਤੀ ਦੇ ਖਿਲਾਫ ਆਵਾਜ਼ ਬੁਲੰਦ ਕਰੇ। ਪਰ ਦੁੱਖ ਦੀ ਗੱਲ ਇਹ ਆ ਕਿ ਭਾਰਤ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਵੇਂ ਕਿ ਘਰਾਂ ਦੇ ਵਿੱਚ ਬੈਠ ਕੇ ਆਵਾਜ਼ ਬੁਲੰਦ ਕਰਦੇ ਆ, ਜਿਵੇਂ ਫੇਸਬੁੱਕ ਦੇ ਉੱਤੇ ਆਵਾਜ਼ ਬੁਲੰਦ ਕਰਦੇ ਆ, ਜਿਵੇਂ ਕਿ ਪਾਰਕਾਂ ਦੇ ਵਿੱਚ, ਸੱਥਾਂ ਦੇ ਵਿੱਚ ਬੈਠ ਕੇ ਆਵਾਜ਼ ਬੁਲੰਦ ਕਰਦੇ ਆ, ਉਵੇਂ ਸਾਹਮਣੇ ਆ ਕੇ ਆਵਾਜ਼ ਬੁਲੰਦ ਨਹੀਂ ਕਰਦੇ। ਹੁਣ ਤੋਂ ਸਵਾ ਕੁ ਸਾਲ ਪਹਿਲਾਂ, 1.5 ਸਾਲ ਪਹਿਲਾਂ ਜਦੋਂ ਵੋਟਾਂ ਪਈਆਂ, ਉਦੋਂ ਲੋਕਾਂ ਨੇ ਨਿੱਠ ਕੇ ਵੋਟਾਂ ਪਾਈਆਂ। ਪਰ ਅੱਜ ਉਹਨਾਂ ਲੋਕਾਂ ਨੂੰ ਜਿਹੜੇ ਕਿ ਕਹਿੰਦੇ ਸੀ ਕਿ ਮੋਦੀ ਹੈ ਤਾਂ ਮੁਮਕਿਨ ਹੈ, ਜਿਹੜੇ ਕਿ ਅੱਜ ਵੀ ਕਹਿ ਰਹੇ ਆ, ਜਿਹੜੇ ਕਹਿੰਦੇ ਸੀ ਕਿ ਘਰ ਘਰ ਮੋਦੀ, ਹਰ ਘਰ ਮੋਦੀ, ਉਹਨਾਂ ਲੋਕਾਂ ਨੂੰ ਅੱਜ 20 ਰੁਪਏ ਜਾਂ 25 ਰੁਪਏ ਲੀਟਰ ਤੇਲ ਨਹੀਂ ਮਿਲਦਾ। ਉਹਨਾਂ ਨੂੰ ਵੀ ਭਾਰਤ ਦੇ ਬਾਕੀ ਲੋਕਾਂ ਦੇ ਵਾਂਗ ਹੀ 80 ਤੋਂ ਉੱਪਰ ਪੈਟਰੋਲ ਮਿਲਦਾ। ਤੇ ਡੀਜ਼ਲ ਨੇ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ ਨੂੰ ਪਛਾੜ ਦਿੱਤਾ, ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ। ਇਸ ਤੋਂ ਪਹਿਲਾਂ ਕਦੇ ਹੋਇਆ ਨਹੀਂ ਸੀ। ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ। ਸੋ ਲੋਕਾਂ ਨੂੰ ਨਿੱਠ ਕੇ ਵਿਰੋਧ ਕਰਨਾ ਚਾਹੀਦਾ। ਕਿਸੇ ਵੀ ਸੂਬੇ ਦੇ ਵਿੱਚ ਕੋਈ ਵੀ ਸਰਕਾਰ ਹੈ, ਜੇਕਰ ਉਹ ਲੋਕ ਪੱਖੀ ਕੰਮ ਨਹੀਂ ਕਰਦੀ ਤੇ ਲੋਕਾਂ ਨੂੰ ਦਰੜਨ ਦਾ ਕੰਮ ਕਰਦੀ ਹੈ,
ਤਾਂ ਉੱਥੋਂ ਦੇ ਲੋਕਾਂ ਨੂੰ ਉੱਠਣਾ ਚਾਹੀਦਾ। ਕੇਂਦਰ ਦੇ ਵਿੱਚ ਜਿਹੜੀ ਵੀ ਪਾਰਟੀ ਦੀ ਸਰਕਾਰ ਹੋਵੇ ਤਾਂ ਭਾਰਤ ਦੇ ਸਾਰੇ ਸੂਬਿਆਂ ਦੇ ਲੋਕਾਂ ਨੂੰ ਉੱਠ ਕੇ ਉਹਦਾ ਵਿਰੋਧ ਕਰਨਾ ਚਾਹੀਦਾ। ਜੇਕਰ ਉਹ ਲੋਕ ਪੱਖੀ ਗੱਲ ਨਹੀਂ ਕਰਦੇ, ਉਹਨਾਂ ਨੂੰ ਚੇਤੇ ਕਰਵਾਉਣਾ ਚਾਹੀਦਾ ਕਿ 4 ਸਾਲ ਪਹਿਲਾਂ, 6 ਸਾਲ ਪਹਿਲਾਂ, 2 ਸਾਲ ਪਹਿਲਾਂ ਤੁਸੀਂ ਕਿਹੜੀਆਂ ਗੱਲਾਂ ਕਰਦੇ ਸੀ ਤੇ ਅੱਜ ਤੁਸੀਂ ਕੀ ਗੱਲਾਂ ਕਰਦੇ ਹੋ। ਉਦੋਂ ਤੁਹਾਡੀਆਂ ਗੱਲਾਂ ਹੋਰ ਸੀ, ਅੱਜ ਗੱਲਾਂ ਹੋਰ ਕਿਉਂ ਆ। ਤੁਸੀਂ ਉਦੋਂ ਕਹਿੰਦੇ ਸੀ ਜੀ ਕਿ ਇਹਨਾਂ ਨੇ ਗਲਤ ਕੀਤਾ, ਹੁਣ ਤੁਸੀਂ ਆਪ ਕਿੰਨਾ ਕੁਝ ਸਹੀ ਕਰ ਰਹੇ ਆ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਬਾਕੀ ਸਭ ਗੱਲਾਂ ਦੇ ਉੱਤੇ ਮਨ ਕੀ ਬਾਤ ਕਰ ਗਏ ਆ, ਪਰ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਉੱਤੇ ਕਿਉਂ ਨਹੀਂ ਬੋਲੇ। ਉਹਨਾਂ ਨੇ ਮਨ ਕੀ ਬਾਤ ਦੇ ਵਿੱਚ ਇੱਕ ਵਾਰ ਵੀ ਚੀਨ ਦੀ ਵਿਰੋਧਤਾ ਕਰਨ ਤੇ ਚੀਨ ਨੂੰ ਸਬਕ ਸਿਖਾਉਣ ਦੀ ਗੱਲ ਨਹੀਂ ਕੀਤੀ। ਉਹਨਾਂ ਨੂੰ ਚਾਹੀਦਾ ਕਿ ਇਸ ਵਕਤ ਚੀਨ ਦੇ ਬਾਬਤ ਵੀ ਖੁੱਲ੍ਹ ਕੇ ਬੋਲਣ ਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਜੋ ਵਾਧਾ ਹੋ ਚੁੱਕਿਆ, ਬੇਸ਼ੱਕ ਅਖੀਰ ਦੇ ਉੱਤੇ ਉੱਤਰ ਮਿਲਣਾ ਜੀ ਕਿ ਹੁਣ ਤਾਂ ਤੇਲ ਕੰਪਨੀਆਂ ਸਰਕਾਰੀ ਜ਼ਾਬਤੇ ਦੇ ਵਿੱਚੋਂ ਬਾਹਰ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਹੋਰ ਦੇਸ਼ ਦੇ ਵਿੱਚ ਬੈਠ ਕੇ ਤੇ ਸਾਰਾ ਕੁਝ ਇੱਥੇ ਆਪਣੀ ਮਰਜ਼ੀ ਨਾਲ ਚਲਾਈ ਜਾਂਦੇ ਆ। ਸਰਕਾਰਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਥਾਪੜਾ ਹੈਗਾ। ਜੇਕਰ ਲੋਕ ਜਿਉਂਦੇ ਰਹਿਣਗੇ, ਇਹਨਾਂ ਲੋਕਾਂ ਦੀ ਰਾਜਨੀਤੀ ਤਾਂ ਚੱਲੂਗੀ। ਲੋਕਾਂ ਨੂੰ ਜਾਗਦੇ ਹੋਣ ਦਾ ਇਸ ਵਕਤ ਸਬੂਤ ਦੇਣਾ ਚਾਹੀਦਾ। ਪੰਜਾਬ ਦੇ ਵਿੱਚ ਨਸ਼ਾ ਕਰਨ ਦੇ ਆਦੀ ਲੋਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਆ, ਆਪਾਂ ਇਹਦੇ ਬਾਬਤ ਸਾਰਾ ਕੁਝ ਜਾਣਦੇ ਹਾਂ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਇਹ ਗੱਲ ਕਹੀ ਜਾਂਦੀ ਸੀ ਕਾਂਗਰਸ ਦੇ ਵੱਲੋਂ ਕਿ ਪੰਜਾਬ ਨਸ਼ਿਆਂ ਦੇ ਵਿੱਚ ਡੁੱਬ ਗਿਆ। ਹੁਣ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਤੇ ਅਕਾਲੀ ਦਲ ਦੇ ਆਗੂ ਇਹ ਗੱਲ ਕਹਿ ਰਹੇ ਕਿ ਪੰਜਾਬ ਨਸ਼ਿਆਂ ਦੇ ਵਿੱਚ ਡੁੱਬ ਗਿਆ, ਪਰ ਉਦੋਂ ਵੀ ਨਸ਼ੇ ਬਹੁਤ ਕਰਦੇ ਸੀ ਲੋਕ, ਅੱਜ ਵੀ ਬਹੁਤ ਕਰਦੇ ਆ। ਬੇਸ਼ੱਕ ਵਰਤਮਾਨ ਸਰਕਾਰ ਇਹ ਗੱਲ ਕਵੇ ਕਿ ਅਸੀਂ ਬਹੁਤ ਲੋਕ ਫੜ ਲਏ ਆ, ਮਗਰਮੱਛ ਅਸੀਂ ਸਿੱਖਾਂ ਦੇ ਪਿੱਛੇ ਧੱਕ ਦਿੱਤੇ ਆ, ਪਰ ਜੇਕਰ ਪੱਟੀ ਦੇ ਪਿੰਡ ਕੈਰੋਂ ਦੇ ਵਿੱਚ ਇੱਕ ਟੱਬਰ ਦੇ 5 ਜੀਆਂ ਦਾ ਪੁੱਤ ਹੀ ਕਤਲ ਕਰ ਦਿੰਦਾ, ਟੱਬਰ ਦਾ ਜੀ ਮਾਰ ਦਿੰਦਾ, ਉਹ ਵੀ ਨਸ਼ੇ ਦੇ ਕਰਕੇ, ਨਸ਼ੇ ਦੀ ਤਸਕਰੀ ਦੇ ਕਰਕੇ, ਪੈਸੇ ਦੀ ਵੰਡ ਦੇ ਕਰਕੇ, ਤਾਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਪੰਜਾਬ ਦੇ ਵਿੱਚ ਨਸ਼ਾ ਮੁੱਕ ਗਿਆ ਜਾਂ ਪੰਜਾਬ ਦੇ ਵਿੱਚੋਂ ਕਦੇ ਨਸ਼ਾ ਮੁੱਕ ਸਕਦਾ ਜਾਂ ਫਿਰ ਨਹੀਂ। ਇਸੇ ਦਰਮਿਆਨ ਇੱਕ ਹੋਰ ਖਬਰ ਆਈ ਹੈ ਵੀ ਕੇਂਦਰ ਸਰਕਾਰ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸੂਬਾਈ ਸਰਕਾਰਾਂ ਦੀ ਬਹੁਤ ਮਦਦ ਕਰਦੇ ਨਸ਼ਾ ਛਡਾਉਣ ਦੇ ਲਈ, ਤੇ ਪੰਜਾਬ ਦੀ ਸਰਕਾਰ ਨੇ ਓਟ ਸੈਂਟਰਾਂ ਦੇ ਵਿੱਚ ਇੱਕ ਗੋਲੀ ਆ ਜਿਹੜੀ ਉਹ ਨਸ਼ੇ ਦੇ ਆਦੀ ਲੋਕਾਂ ਨੂੰ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ। ਪਰ ਇਹ ਜਿਹੜੀ ਗੋਲੀ ਆ ਇਹਦੇ ਉੱਤੇ ਕਿੰਨੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨਿਰਭਰ ਹੋ ਗਏ ਆ। ਇਹ ਗੋਲੀ ਵੀ ਕੋਈ ਮਾੜੀ ਮੋਟੀ ਨਹੀਂ। ਇਸ ਗੋਲੀ ਦੇ ਆਦੀ ਹੋਏ ਪੰਜਾਬੀਆਂ ਨੂੰ ਹੁਣ ਕਦੋਂ ਇਸ ਆਦਤ ਤੋਂ ਛੁਟਕਾਰਾ ਮਿਲੂਗਾ, ਸਵਾਲਾਂ ਦਾ ਸਵਾਲ ਇਹ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਸਰਕਾਰ ਵੱਲੋਂ ਓਟ ਕਲੀਨਿਕਾਂ ਰਾਹੀਂ ਬੁਪਰੋਨੋਰਫਿਨ ਦੀ ਗੋਲੀ ਦੇ ਕੇ ਨਸ਼ਾ ਛਡਾਉਣ ਦਾ ਕੀਤਾ ਜਾ ਰਿਹਾ ਤਜਰਬਾ ਉਲਟਾ ਪੈਂਦਾ ਦਿਖਾਈ ਦੇ ਰਿਹਾ। ਜਿਹੜੀ ਦਵਾਈ ਨਸ਼ਾ ਛਡਵਾਉਣ ਦੇ ਲਈ ਵਰਤੀ ਜਾਂਦੀ ਹੈ, ਨਸ਼ਾ ਕਰਨ ਵਾਲੇ ਮਰੀਜ਼ ਉਸੇ ਦੇ ਆਦੀ ਹੋ ਗਏ ਨੇ। ਤਾਲਾਬੰਦੀ ਦੌਰਾਨ ਭੁੱਕੀ, ਅਫੀਮ ਤੇ ਹੋਰ ਨਸ਼ਾ ਕਰਨ ਵਾਲੇ ਤੇ ਨਸ਼ਾ ਨਾ ਕਰਨ ਵਾਲੇ ਗੋਲੀ ਲੈਣ ਲਈ ਆਧਾਰ ਕਾਰਡਾਂ ਜ਼ਰੀਏ ਰਜਿਸਟਰਡ ਹੋਏ, ਪਰ ਸਰਕਾਰੀ ਓਟ ਕੇਂਦਰਾਂ ਦੇ ਵਿੱਚ ਦਵਾਈ ਦੀ ਘਾਟ ਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਤੇ ਮੁੜ ਵਸੇਬਾ ਕੇਂਦਰ ਮਰੀਜ਼ਾਂ ਨੂੰ ਮਹਿੰਗੇ ਭਾਅ ਦੇ ਉੱਤੇ ਗੋਲੀਆਂ ਵੇਚ ਕੇ ਸ਼ੋਸ਼ਣ ਕਰ ਰਹੇ ਨੇ। ਪੰਜਾਬ ਪੁਲਿਸ ਭਾਵੇਂ ਵੱਡੇ ਪੱਧਰ ਦੇ ਉੱਤੇ ਹੈਰੋਇਨ ਨੂੰ ਫੜਨ ਦੇ ਵਿੱਚ ਸਫਲਤਾ ਦੀ ਗੱਲ ਕਰ ਰਹੀ ਹੈ, ਪਰ ਨਸ਼ੇ ਦਾ ਮਾਮਲਾ ਕੇਵਲ ਪੁਲਿਸ ਤੱਕ ਸੀਮਿਤ ਨਹੀਂ ਹੈ। ਇਸ ਵਾਸਤੇ ਸਰਕਾਰ ਨੇ ਅਕਤੂਬਰ 2017 ਦੇ ਵਿੱਚ ਅਮਰੀਕੀ ਨਸ਼ਾ ਛਡਾਊ ਪ੍ਰੋਗਰਾਮ ਦੇ ਆਧਾਰ ਉੱਤੇ ਓਟ ਕਲੀਨਿਕ ਪ੍ਰਣਾਲੀ ਲਾਗੂ ਕੀਤੀ ਸੀ। ਪੰਜਾਬ ਦੇ ਵਿੱਚ 192 ਸਰਕਾਰੀ ਓਟ ਕੇਂਦਰ ਖੋਲ੍ਹ ਕੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਰਜਿਸਟਰਡ ਕਰਕੇ ਕਲੀਨਿਕ ਦੇ ਉੱਤੇ ਗੋਲੀ ਉਹਨਾਂ ਦੇ ਮੂੰਹ ਦੇ ਵਿੱਚ ਪਾਈ ਜਾਂਦੀ ਹੈ। ਡਾਕਟਰ ਦੀ ਸਲਾਹ ਨਾਲ ਕਿਸੇ ਨੂੰ 1, 2 ਜਾਂ 3 ਗੋਲੀਆਂ ਦਿੱਤੀਆਂ ਜਾਂਦੀਆਂ ਨੇ। ਪੰਜਾਬ ਦੇ ਵਿੱਚ ਔਸਤਨ 2.05 mg ਦੀ ਬੁਪਰੋਨੋਰਫਿਨ ਦੀਆਂ 2.5 ਗੋਲੀਆਂ ਪ੍ਰਤੀ ਮਰੀਜ਼ ਨੂੰ ਦਿੱਤੀਆਂ ਜਾਂਦੀਆਂ ਨੇ। ਇਸ ਦਾ ਮਕਸਦ ਇਹ ਸੀ ਕਿ ਕੁਝ ਸਮੇਂ ਤੱਕ ਇਹ ਗੋਲੀ ਦੇ ਕੇ ਹੌਲੀ-ਹੌਲੀ ਉਹਨਾਂ ਦੀ ਡੋਜ਼ ਘਟਾਉਂਦਿਆਂ ਨਸ਼ਾ ਮੁਕਤੀ ਹੋ ਜਾਵੇਗੀ। ਇਸ ਵਾਸਤੇ ਕਾਉਂਸਲਿੰਗ ਤੇ ਹੋਰ ਕੋਸ਼ਿਸ਼ਾਂ ਵੀ ਹੁੰਦੀਆਂ ਨੇ। ਇੱਕ ਅਨੁਮਾਨ ਦੇ ਮੁਤਾਬਕ ਪੰਜਾਬ ਦੇ ਵਿੱਚ ਇਹ ਗੋਲੀ ਵਰਤਣ ਦੇ ਨਾਲ ਮੌਤਾਂ ਦੀ ਗਿਣਤੀ ਵਿੱਚ ਤਾਂ ਕਮੀ ਆਈ ਹੈ, ਪਰ ਨਸ਼ੇ ਦੀ ਮੰਗ 1% ਵੀ ਨਹੀਂ ਘਟੀ। ਜੋ ਮਰੀਜ਼ 2017 ਦੇ ਵਿੱਚ 3 ਗੋਲੀਆਂ ਖਾ ਰਿਹਾ ਸੀ, ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਹੀ 3 ਗੋਲੀਆਂ ਖਾ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇਕਰ ਬੁਪਰੋਨੋਰਫਿਨ ਗੋਲੀ ਦੇ ਕੇ ਅਸੀਂ ਪੰਜਾਬ ਦੇ ਨਸ਼ਾ ਮਾਰੇ ਲੋਕਾਂ ਨੂੰ ਵਕਤੀ ਤੌਰ ਦੇ ਉੱਤੇ ਨਸ਼ਾ ਛੁਡਵਾ ਦਿੰਦੇ ਤਾਂ ਇਹ ਅਸੀਂ ਮੰਨਦੇ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਚਲੋ ਬਦਲਵੇਂ ਪ੍ਰਬੰਧ ਦੇ ਤੌਰ ਦੇ ਉੱਤੇ ਅਸੀਂ ਉਹਦੀ ਡੋਜ਼ ਹੌਲੀ-ਹੌਲੀ ਘਟਾਈ ਜਾਵਾਂਗੇ, ਪਰ ਗੱਲ ਇਹ ਹੈ ਵੀ ਜੇਕਰ 3 ਗੋਲੀਆਂ ਕੋਈ ਪਹਿਲਾਂ ਖਾਂਦਾ ਸੀ, ਅੱਜ ਵੀ 3 ਹੀ ਖਾ ਰਿਹਾ, ਤੇ ਅਸੀਂ ਉਹਦੇ ਵਿੱਚ ਕਿਹੜੀ ਚੀਜ਼ ਦੀ ਕਟੌਤੀ ਕੀਤੀ ਹੈ ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਇਹ ਗੋਲੀਆਂ ਇਹ ਕਿਸ ਤਰੀਕੇ ਦੇ ਨਾਲ ਕਾਲਾ ਬਾਜ਼ਾਰੀ ਦਾ ਹਿੱਸਾ ਬਣ ਚੁੱਕੀਆਂ, ਆਪਾਂ ਇਹਦੇ ਬਾਬਤ ਸਾਰਾ ਕੁਝ ਜਾਣਦੇ ਹਾਂ। ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਬਾਕੀ ਵੱਖ-ਵੱਖ ਹਿੱਸਿਆਂ ਦੇ ਵਿੱਚ 10 ਰੁਪਈਆ ਵਾਲਾ ਪੱਤਾ ਕਿਵੇਂ 100 ਦਾ, 150 ਦਾ, 200 ਦਾ, 500 ਰੁਪਏ ਦਾ ਮਿਲਦਾ, ਆਪਾਂ ਇਹਦੇ ਬਾਬਤ ਵੀ ਜਾਣਦੇ ਹਾਂ। ਅਸੀਂ ਪਿਛਲੇ ਦਿਨੀ ਵੀ ਇਸ ਪ੍ਰੋਗਰਾਮ ਦੇ ਰਾਹੀਂ ਇੱਕ ਰਿਪੋਰਟ ਸਾਂਝੀ ਕੀਤੀ ਸੀ ਕਿ ਭਾਰਤ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ਾ ਤਸਕਰਾ ਜਿਹੜੇ ਉਹ ਜਿਵੇਂ ਸਰਗਰਮ ਆ, ਉਸੇ ਤਰੀਕੇ ਦੇ ਨਾਲ ਕੈਮਿਸਟ ਸ਼ਾਪਸ ਵਾਲੇ ਵੀ ਸਰਗਰਮ ਹੈ। ਇਹਦੇ ਬਾਬਤ ਇੱਕ ਵੱਡੀ ਉਦਾਹਰਨ ਜਿਹੜੀ ਗੁਰੂ ਨਾਨਕ ਮੋਦੀ ਖਾਨੇ ਦੇ ਰੂਪ ਦੇ ਵਿੱਚ ਪਿਛਲੇ ਦਿਨੀ ਆਈ ਹੈ, ਜਿਹੜਾ ਕਿ ਲੁਧਿਆਣੇ ਦੇ ਵਿੱਚ ਖੋਲ੍ਹਿਆ ਗਿਆ। ਬਲਜਿੰਦਰ ਸਿੰਘ ਜਿੰਦੂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 10 ਰੁਪਈਆ ਵਾਲਾ ਪੱਤਾ 100 ਰੁਪਏ ਦੇ ਵਿੱਚ ਮਿਲਦਾ, 100 ਰੁਪਏ ਵਾਲਾ ਪੱਤਾ 400 ਰੁਪਏ ਦੇ ਵਿੱਚ ਮਿਲਦਾ, 450 ਦਾ ਜਿਹੜਾ ਮਾਸਕ ਆਮ ਤੌਰ ਦੇ ਉੱਤੇ ਬਾਜ਼ਾਰਾਂ ਦੇ ਵਿੱਚੋਂ ਮਿਲਦਾ ਉਹ ਅਸੀਂ 35 ਰੁਪਈਆਂ ਦਾ ਦਿੰਦੇ ਆ। ਯਾਨੀ ਕਿ ਲਾਗਤ ਭਾਅ ਦੇ ਉੱਤੇ ਜੇਕਰ ਚੀਜ਼ ਦੇਣੀ ਹੋਵੇ ਤਾਂ ਇਸ ਰੇਟ ਦੇ ਉੱਤੇ ਪੈਂਦੀ ਹੈ।
ਸੋ ਜਿਹੜੀ ਵੀ ਸਰਕਾਰ ਹੋਵੇ, ਕਿਸੇ ਵੀ ਸੂਬੇ ਦੀ ਸਰਕਾਰ ਹੋਵੇ, ਉਹਨਾਂ ਨੂੰ ਇਹਨਾਂ ਗੱਲਾਂ ਵੱਲ ਵੀ ਖਿਆਲ ਕਰਨਾ ਚਾਹੀਦਾ ਕਿ ਜੇਕਰ ਅਸੀਂ ਨਸ਼ੇੜੀਆਂ ਨੂੰ ਨਸ਼ੇ ਤੋਂ ਮੁਕਤ ਕਰਨਾ ਚਾਹੁੰਦੇ ਆ ਤਾਂ ਫਿਰ ਅਸੀਂ ਇੱਕ ਨਸ਼ਾ ਛੁਡਵਾ ਕੇ ਤੇ ਦੂਜੇ ਨਸ਼ੇ ਦੇ ਉੱਤੇ ਨਿਰਭਰ ਕਰਤਾ ਤੇ ਇਹਦੇ ਵਿੱਚ ਕਿਹੜੀ ਸਫਲਤਾ ਹੋਈ। ਕੱਲ ਨੂੰ ਇੱਕ ਹੋਰ ਸੈਂਟਰ ਬਣੂਗਾ ਤੇ ਇਹ ਗੱਲ ਕਹੀ ਜਾਊਗੀ ਕਿ ਬੁਪਰੋਨੋਰਫਿਨ ਦੀ ਗੋਲੀ ਛਡਵਾਉਣ ਦੇ ਲਈ ਹੁਣ ਅਸੀਂ ਫਲਾਣੇ ਕੇਂਦਰ ਖੋਲ ਦਿੱਤੇ ਆ। ਸੋ ਜੇਕਰ ਗੋਲੀ ਦੇ ਉੱਤੇ ਨਿਰਭਰ ਕਰਕੇ ਅਸੀਂ ਚਿੱਟੇ ਤੋਂ ਜਾਂ ਭੁੱਕੀ ਤੋਂ ਜਾਂ ਹੋਰ ਵੱਖ-ਵੱਖ ਨਸ਼ਿਆਂ ਤੋਂ ਮੁਕਤ ਕਰਨ ਦੀ ਗੱਲ ਕਰਦੇ ਆ ਤਾਂ ਇਹ ਸਿਰਫ ਤੇ ਸਿਰਫ ਇੱਕ ਅੰਕੜਿਆਂ ਦੀ ਖੇਡ ਹੈ। ਜਾਂ ਤਾਂ ਇਹ ਗੱਲ ਕਹੀਏ ਵੀ ਭਾਈ ਅਸੀਂ ਵਕਤੀ ਤੌਰ ਦੇ ਉੱਤੇ ਠੱਲ ਪਾਉਣੀ ਸੀ, ਪੈ ਗਈ ਤਾਂ ਪੈ ਗਈ, ਨਹੀਂ ਤਾਂ ਨਾ ਸਹੀ। ਪਰ ਜੇਕਰ ਅਸੀਂ ਦਾਅਵਾ ਕਰਦੇ ਹਾਂ ਕਿ ਪੰਜਾਬ ਦੇ ਵਿੱਚੋਂ ਅਸੀਂ ਸਭ ਕੁਝ ਠੀਕ ਕਰਤਾ ਤਾਂ ਫਿਰ ਇਹਨਾਂ ਰਿਪੋਰਟਾਂ ਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਜਿਹੜੀਆਂ ਕਿ ਇਹ ਦੱਸਦੀਆਂ ਕਿ ਠੀਕ ਹਾਲੇ ਤੱਕ ਬਹੁਤਾ ਕੁਝ ਨਹੀਂ ਹੋਇਆ, ਉਵੇਂ ਹੀ ਵਿਗਾੜ ਆ। ਪੰਜਾਬ ਦੇ ਲੋਕ ਉਵੇਂ ਹੀ ਨਸ਼ੇ ਦੇ ਆਦੀ ਆ। ਮਜਬੂਰੀ ਦੇ ਵਿੱਚ ਕਈਆਂ ਨੇ ਨਸ਼ੇ ਬਦਲ ਲਏ ਆ। ਜੇਕਰ ਕੋਈ ਪਹਿਲਾਂ ਮਹਿੰਗਾ ਨਸ਼ਾ ਕਰਦਾ ਸੀ, ਅੱਜ ਕੱਲ ਉਹ ਥੋੜਾ ਜਿਹਾ ਸਸਤਾ ਕਰਦਾ ਕਿਉਂਕਿ ਕੰਮ ਰੁਕ ਗਏ ਆ, ਲੋਕਡਾਊਨ ਦੇ ਕਰਕੇ ਹੋਰ ਕੰਮਕਾਜ ਹੋ ਗਏ ਆ। ਪਰ ਹਾਲ ਦੀ ਘੜੀ ਉਹ ਸਾਰੀਆਂ ਸਥਿਤੀਆਂ ਬਰਕਰਾਰ ਹੈ। ਇਸ ਵਕਤ ਜ਼ਰੂਰਤ ਇਸ ਗੱਲ ਦੀ ਆ ਕਿ ਨਸ਼ਾ ਛੱਡ ਕੇ ਗੋਲੀ ਦੇ ਉੱਤੇ ਨਿਰਭਰ ਹੋਏ ਲੋਕ ਆ ਜਿਹੜੇ, ਉਹਨਾਂ ਦੀ ਕਾਉਂਸਲਿੰਗ ਲਗਾਤਾਰ ਕੀਤੀ ਜਾਵੇ, ਉਹਨਾਂ ਦੀਆਂ ਗੋਲੀਆਂ ਵੀ ਛਡਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਜੇਕਰ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਹੈ ਜਾਂ ਅਸੀਂ ਕਰਨ ਦੇ ਵੱਲ ਆਖਰੀ ਕਦਮ ਆ ਜਿਹੜਾ ਉਹ ਰੱਖਿਆ ਹੋਇਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।